ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ ਹੈ ਸਾਡਾ 7th ਕੋਆਰਡੀਨੇਟ ਜਿਓਮੈਟਰੀ ਨਿਰਦੇਸ਼ਾਂਕ ਜਮੈਤੀ। ਸੋ ਐਕਸਰਸਾਈਜ਼ ਚੱਲ ਰਹੀ ਸਾਡੀ 7.1 तो जिसका क्वेश्चन ਅਸੀਂ ਕਰਨਾ ਹੈ 5th। ਸੋ 5th क्वेश्चन ਦੇ ਵਿੱਚ ਕੀ ਸਾਡੇ ਕੋਲ ਦਿੱਤਾ ਗਿਆ ਹੈ, ਚਾਰ ਸਾਡੇ ਕੋਲ ਵਿਦਿਆਰਥੀ ਦਿੱਤੇ ਗਏ ਹਨ A B C ਅਤੇ D। ਸੋ ਇਹ ਚਾਰ ਸਾਡੇ ਕੋਲ ਵਿਦਿਆਰਥੀ ਹਨ ਜਾਂ ਅਸੀਂ ਕਹੀਏ ਤਾਂ ਸਾਡੇ ਕੋਲ ਸਟੂਡੈਂਟ ਹਨ ਚਾਰ। ਸੋ ਜੋ कि क्लास ਦੇ ਵਿੱਚ ਨਾ ਆਪਣੇ क्लासरूम ਦੇ ਵਿੱਚ बैठे हुए हैं, बैठे किस तरह देखो, जिस तरह ग्राफ से तुहाडे कोल पॉइंट जिहड़े लगे हुए हैं A B C D, इस तरह चारे दोस्त जिहड़े ने वो बैठे हुए हैं। अचानक दो स्टूडेंट होर क्लास ਦੇ ਵਿੱਚ एंटर होंदे हैं। सो जिन्हां दा नाम है, एक दा नाम है चंपा ਅਤੇ दूसरे ਦਾ नाम है चमेली। सो चंपा जिहड़ी है चमेली नूं कहंदी है कि जिहड़े A B C D स्टूडेंट क्लास ਵਿੱਚ बैठे हैं कि वो एक वर्ग बना रहे हैं। ठीक है, चंपा ने चमेली नूं कहा कि A B C D एक वर्ग बना रहे हैं। सो पूछ रही है वो चमेली नूं। हुण चमेली इस गल नाल सहमत नहीं है, तो असीं इसका दूरी सूत्र का प्रयोग करके दसना है कि ये साडे कोल वर्ग बन रहा है जाके नहीं बन रहा। सो साडे कोल शब्द आंदा है वर्ग। ठीक है, वर्ग की गल करिए तो जिसनूं असीं बोल दिंदे हां स्क्वेयर। सो स्क्वेयर ਜਾਂ वर्ग की ਹੁੰਦਾ है ਸਾਡੇ ਕੋਲ एक मैथमेटिकल ਉਹ 2D फिगर ਹੁੰਦੀ है जिस ਦੀਆਂ ਸਾਡੇ ਕੋਲ ਚਾਰ ਹੀ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੁੰਦੀਆਂ ਹਨ। ਹੁਣ ਇਸ ਦੇ ਵਿੱਚ ਦੇਖੋ ਸਾਡੇ ਕੋਲ ਚਾਰ ਭੁਜਾਵਾਂ ਕਿਸ ਤਰ੍ਹਾਂ ਬਣਦੀਆਂ, ਜਿਸ ਤਰ੍ਹਾਂ A B C D ਬੈਠੇ ਹੋਏ ਹਨ। ਸੋ A ਨੂੰ ਅਸੀਂ B ਨਾਲ ਮਿਲਾ ਦਿੰਦੇ ਹਾਂ। ਠੀਕ ਹੈ, B ਨੂੰ C ਨਾਲ ਮਿਲਾਓ, C ਨੂੰ D ਨਾਲ ਮਿਲਾਓ ਅਤੇ ਫਿਰ A ਨੂੰ D ਨਾਲ ਜਾਂ D ਨੂੰ A ਨਾਲ ਮਿਲਾਓ। ਸੋ ਇਸ ਤਰ੍ਹਾਂ ਸਾਡੇ ਕੋਲ ਇੱਕ ਆਕ੍ਰਿਤੀ ਜਿਹੜੀ ਬਣ ਰਹੀ ਹੈ। ਹੁਣ ਵੇਖਣ ਨੂੰ ਦੇਖੋ ਤੁਹਾਡੇ ਕੋਲ ਜਿਹੜਾ ਰੈੱਡ ਕਲਰ ਦੇ ਨਾਲ ਬਣਿਆ ਹੈ ਤੁਹਾਡੇ ਕੋਲ ਇੱਕ ਵਰਗ ਨਜ਼ਰ ਆ ਰਿਹਾ ਹੋਵੇਗਾ, ਪਰ ਅਸੀਂ ਵਰਗ ਉਦੋਂ ਤੱਕ ਨਹੀਂ ਕਹਿ ਸਕਦੇ ਜਦੋਂ ਤੱਕ ਸਾਡੇ ਕੋਲ ਇਹਨਾਂ ਦੀਆਂ ਚਾਰੇ ਲੈਂਥਸ ਜਿਹੜੀਆਂ ਨੇ, ਚਾਰੀਆਂ ਸਾਈਡਾਂ ਹਨ ਸਾਡੇ ਕੋਲ, ਉਹਨਾਂ ਦੀ ਜਿਹੜੀ ਕਿ ਲੈਂਥ ਜਿਹੜੀ ਪ੍ਰਾਪਤ ਨਹੀਂ ਹੋ ਜਾਂਦੀ। ਸੋ ਇਸ ਲਈ ਸਾਡੇ ਕੋਲ ਪਹਿਲਾ ਵਿਦਿਆਰਥੀ ਹੈ A ਦੇ ਅਸੀਂ ਨਿਰਦੇਸ਼ਾਂਕ ਲਿਖਦੇ ਹਨ। ਇੱਥੇ ਲਿਖੋ A ਦੇ ਨਿਰਦੇਸ਼ ਅੰਕ। सो निर्देशांक का मतलब कोऑर्डिनेट्स। सो असी A दे लिखने हैं, फिर इस तरह ही असी B दे कोऑर्डिनेट्स लिखने हैं, फिर इस तरह ही असी C दे लिखांगे, फिर इस तरह ही असी D दे जिहड़े वो लिखांगे। सो A दे देखो किस तरह प्राप्त करने हैं असी। हुण पहला साडे को पता है कि X हुंदा है, दूसरा साडे को Y हुंदा है। सो ये है साडी X वाली लाइन। हुण इस लाइन के उपर देखो असी A की गल करिए तो इत्थों नीचे आ जाओ, तुसीं नीचे आंदे तो साडे को X ते किहड़ा पॉइंट आंदा है 3 ਅਤੇ इस साइड ਨੂੰ ਚਲੀਏ ਅਸੀਂ y ਵੱਲ ਤਾਂ ਸਾਡੇ ਕੋਲ ਆਉਂਦਾ 4। ਇਹਦਾ ਮਤਲਬ A ਦੇ ਪੁਆਇੰਟਸ ਆ ਗਏ ਸਾਡੇ ਕੋਲ, ਜਿਹੜੇ ਇਹਦੇ ਨਿਰਦੇਸ਼ਾਂਕ ਆ ਗਏ 3,4। ਸੋ ਪਹਿਲਾ ਹਮੇਸ਼ਾ x ਰਹੇਗਾ, ਦੂਸਰਾ ਸਾਡੇ ਕੋਲ y ਰਹੇਗਾ। ਫਿਰ B ਦੇ ਚੈੱਕ ਕਰੀਏ, B ਤੋਂ ਨੀਚੇ ਵੱਲ ਆ ਜਾਓ, ਸਾਡੇ ਕੋਲ ਕਿੱਥੇ ਪਹੁੰਚ ਜਾਂਦੇ ਅਸੀਂ 6 ਤੇ, ਅਤੇ ਆਪਣੇ ਖੱਬੇ ਪਾਸੇ y ਤੋਂ ਵੱਲ ਜਾਈਏ ਤਾਂ ਅਸੀਂ ਪਹੁੰਚ ਗਏ 7 ਤੇ। ਸੋ B ਦੇ ਕਿਹੜੇ ਆ ਗਏ ਸਾਡੇ ਕੋਲ 6,7। ਸੋ ਫਿਰ ਅਸੀਂ C ਦੇ ਲਿਖਾਂਗੇ, ਇਸ ਤਰ੍ਹਾਂ ਅਸੀਂ D ਦੇ ਵੀ ਜਿਹੜੇ ਕਿ ਉਹ ਲਿਖਾਂਗੇ। C ਦੇ ਸਾਡੇ ਕੋਲ ਆਉਂਦੇ ਹਨ, C ਤੋਂ ਨੀਚੇ ਆਓ, ਸਾਡੇ ਕੋਲ ਇਹ ਕੀ ਆਇਆ ਸਾਡੇ ਕੋਲ 9 ਤੇ y ਵੱਲ ਚਲੀਏ ਸਾਡੇ ਕੋਲ ਆਉਂਦਾ 4। ਸੋ ਇਹ ਬਣ ਕੇ ਸਾਡੇ ਕੋਲ 9,4। ਫਿਰ ਅਸੀਂ D ਦੇ ਚੈੱਕ ਕਰਦੇ ਹਾਂ। D ਦੇਖੋ ਨੀਚੇ ਵਾਲਾ 6 ਦਿਖ ਰਿਹਾ ਤੁਹਾਨੂੰ, ਇਸ ਸਾਈਡ ਜਾਓ ਤਾਂ ਸਾਡੇ ਕੋਲ ਹੈ 1। ਸੋ D ਦੇ ਆ ਗਏ ਸਾਡੇ ਕੋਲ 6,1। ਹੁਣ ਅਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਅਸੀਂ A B ਦੀ ਦੂਰੀ ਜਿਹੜੀ ਉਹ ਪਤਾ ਕਰਾਂਗੇ। सो दूरी का सूत्र की होंगे, साढ़े को लिखा पाया है x2 - x1 द होल स्क्वायर प्लस y2 - y1 द होल स्क्वायर। सो देखो असी A B ये दो पॉइंट्स की दूरी जी पता करनी है। सो A B के पॉइंट हैं A दे, इस दे फस्ट पॉइंट चो असी A का पॉइंट माइनस कर देना है फस्ट। सो साढ़े को आ गया 6 - 3 द स्क्वायर प्लस 7 - 4 द स्क्वायर। सो साढ़े को की बन गया 6 - 3 कितना आ गया 3 द स्क्वायर प्लस 7 - 4 कितना आ गया 3 द स्क्वायर। साढ़े को आ गया 3 3 9, फिर 3 3 9 साढ़े को आ गया 18। सो 18 ਨੂੰ ਸੋਲਵ ਕਰੀਏ, ਸਾਡੇ को आ गया 9 × 2। सो 9 × 2 आ गया। 9 ਦਾ रूट कितना ਹੁੰਦਾ ਸਾਡੇ को 3, मतलब कि 3 ਨੂੰ 2 ਵਾਰੀ ਗੁਣਾ ਕਰੀਏ ਸਾਡੇ को 9 ਬਣ ਜਾਂਦਾ ਹੈ। ਇਸ ਲਈ 9 ਤਾਂ ਆ ਗਿਆ ਵਰਗਮੂਲ ਚੋਂ ਬਾਹਰ ਤੇ ਵਰਗਮੂਲ ਚ ਰਹਿ ਗਿਆ ਸਾਡੇ को 2। ਸੋ ਇਹ ਆ ਗਿਆ ਸਾਡੇ को ਇੰਨੀਆਂ ਇਕਾਈਆਂ ਜਾਂ ਯੂਨਿਟਸ। ਸੋ ਇੱਕ ਸਾਈਡ ਤਾਂ ਸਾਡੇ को ਜਿਹੜੀ आ जाती है जो साढ़े को 3 वर्गमूल 2। सो ये आ गई साढ़े को A B 3 वर्गमूल 2। फिर असी प्राप्त करना है B C। सो BC के लिए असी की करांगे C के पॉइंट्स के विचों असी B के पॉइंट माइनस करांगे।
ਧਿਆਨ ਰੱਖਣਾ कि हमेशा ਜਿਹੜਾ ਦੂਸਰੇ ਨੰਬਰ ਤੇ ਲਿਖਿਆ ਆ ਸੀ ਉਸ ਦੇ ਵਿੱਚੋਂ ਪਹਿਲੇ ਵਾਲੇ ਦੇ ਪੁਆਇੰਟ ਜਿਹੜੇ ਮਾਈਨਸ ਕਰਨੇ ਹਨ। 9 - 6 ਤਾਂ ਹੋਲ ਸਕੁਅਰ ਪਲੱਸ ਫਿਰ ਆ ਗਿਆ ਸਾਡੇ ਕੋਲ 4 - 7 4 - 7 ਦਾ ਹੋਲ ਸਕੁਅਰ ਇਜ਼ ਇਕੁਅਲ ਟੂ 9 - 6 3 ਦਾ ਸਕੁਅਰ ਪਲੱਸ 4 - 7 -3 ਦਾ ਸਕੁਅਰ इज इक्वल टू साढ़े को आ गया 9 + 9 इज इक्वल टू आ गया 18। सो 18 आ गया तो सेम साढ़े को 9√2 आ गया इज इक्वल टू 3√2। सो इकाइयाँ हुण BC तो बाद असीं प्राप्त की करना है CD। किस तरह देखो AB प्राप्त कर लिया BC प्राप्त कर लिया भी साढ़े को आ गया 3√2। हुण साढ़े को क्या गया CD। हुण असीं CD प्राप्त करांगे। सो CD दे लई असीं की करांगे डी ਦੇ ਵਿੱਚੋਂ ਅਸੀਂ C ਦੇ ਪੁਆਇੰਟ ਜਿਹੜੇ ਕਿ ਮਾਈਨਸ ਕਰਨੇ ਹਨ। ਸੋ 6 - 9 ਆਏਗਾ ਪਹਿਲਾਂ 6 - 9 ਦਾ ਹੋਲ ਸਕੁਅਰ ਪਲੱਸ 1 - 4 ਦਾ ਹੋਲ ਸਕੁਅਰ ਸਾਡੇ ਕੋਲ ਆ ਗਿਆ 6 - 9 ਆ ਗਿਆ -3 ਦਾ ਸਕੁਅਰ ਪਲੱਸ ਫਿਰ ਸਾਡੇ ਕੋਲ -3 ਦਾ ਸਕੁਅਰ ਕਿਉਂਕਿ ਦੋਵੇਂ ਸਾਡੇ ਕੋਲ ਵੱਡੀਆਂ ਵੈਲਿਊਜ਼ ਮਾਈਨਸ ਵਿੱਚ ਹਨ। ਫਿਰ ਸਾਡੇ ਕੋਲ ਆ ਗਿਆ 9 + 9 ਤੇ ਸੋਲਵ ਕਰਕੇ ਸਾਡੇ ਕੋਲ ਸਾਰਾ ਹੀ ਆਨਸਰ ਕੀ ਆ ਜਾਏਗਾ ਇਹਦਾ 3√2 ਯੂਨਿਟਸ ਔਰ ਇਕਾਈਆਂ। ਫਿਰ ਸਾਡੇ ਕੋਲ ਆ ਗਿਆ DA। ਸੋ DA ਦੇ ਸੋਲਵ ਕਰਨ ਦੇ ਲਈ ਅਸੀਂ D ਦੇ ਪੁਆਇੰਟਸ ਦੇ ਵਿੱਚੋਂ ਅਸੀਂ ਕਿਹਦੇ ਪੁਆਇੰਟ ਮਾਈਨਸ ਕਰਾਂਗੇ A ਦੇ। ਸੋ 6 - 3 ਆਏਗਾ ਪਹਿਲਾਂ ਸਾਡੇ ਕੋਲ ਹੋਲ ਸਕੁਅਰ ਪਲੱਸ ਫਿਰ ਆਏਗਾ 1 - 4 ਦਾ ਹੋਲ ਸਕੁਅਰ ਇਜ਼ ਇਕੁਅਲ ਟੂ ਆ ਗਿਆ ਸਾਡੇ ਕੋਲ 3 ਦਾ ਸਕੁਅਰ ਪਲੱਸ ਫਿਰ ਆ ਗਿਆ ਸਾਡੇ ਕੋਲ -3 ਦਾ ਸਕੁਅਰ। ਸੋ ਸੋਲਵ ਕੀਤਾ ਸਾਡੇ ਕੋਲ ਆ ਗਿਆ 9 + 9। ਸੋ ਸੋਲਵ ਕਰਦੇ ਆ ਤਾਂ ਸਾਡੇ ਕੋਲ ਵੀ ਕਿੰਨਾ ਆ ਜਾਏਗਾ 3√2 ਯੂਨਿਟਸ ਜਾਂ ਇਕਾਈਆਂ। ਸੋ ਇਸ ਲਈ ਸਾਡੇ ਕੋਲ ਕੀ ਆਉਂਦਾ ਹੈ AB ਦਾ ਡਿਸਟੈਂਸ ਜਿਹੜਾ ਫਾइंड ਕੀਤਾ ਇਜ਼ ਇਕੁਅਲ ਟੂ ਆ ਗਿਆ BC ਦੇ ਇਜ਼ ਇਕੁਅਲ ਟੂ ਆ ਗਿਆ CD ਦੇ ਇਜ਼ ਇਕੁਅਲ ਟੂ ਆ ਗਿਆ ਸਾਡੇ ਕੋਲ DA ਦੇ। ਸੋ ਸਾਰੇ ਕਿੰਨੇ ਆ ਗਏ ਸਾਡੇ ਕੋਲ 3√2 ਯੂਨਿਟਸ। ਸੋ ਇਸ ਲਈ ਇਹ ਸਾਡੇ ਕੋਲ ਸਾਰੇ ਬਰਾਬਰ ਆ ਗਏ ਮਤਲਬ ਕਿ ਸਾਰੀਆਂ ਦੀਆਂ ਦੂਰੀਆਂ ਜਿਹੜੀਆਂ ਸੀ ਡਿਸਟੈਂਸ ਲੈਂਥ ਜਿਹੜੀ ਸੀ ਸਾਡੇ ਕੋਲ ਬਰਾਬਰ ਆ ਜਾਂਦੀ ਹੈ। ਹੁਣ ਕਿਹਨੇ ਕਿਹਾ ਸੀ ਕਿ ਚਾਂਪਾ ਨੇ ਕਿਹਾ ਸੀ ਨਾ ਕਿ ਇਹ ਸਾਰੇ ਵਰਗ ਬਣਾ ਰਹੇ ਹਨ ਤੇ ਚਮੇਲੀ ਦਾ ਇਸ ਨਾਲ ਸਹਿਮਤ ਨਹੀਂ ਸੀ। ਸੋ ਅਸੀਂ ਦੱਸਣਾ ਇਹ ਸਹੀ ਕੌਣ ਹੈ। ਇਸ ਲਈ ਸਹੀ ਕੌਣ ਕਹਿ ਰਿਹਾ ਹੈ ਚਾਂਪਾ। ਇਸ ਲਈ ਚਾਂਪਾ ਸਹੀ ਹੈ। ਸੋ ਚਾਂਪਾ ਇਜ਼ ਰਾਈਟ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 5th। ਉਮੀਦ ਕਰਦਾ ਇਹ ਕੁਐਸਚਨ ਜਿਹੜਾ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਂ ਵੀਡੀਓਜ਼ ਦੇ ਲਿੰਕ ਪ੍ਰਾਪਤ ਹੁੰਦੇ ਰਹਿਣ। ਸੋ ਥੈਂਕ ਯੂ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।